पाथ पंकज बंदन सिमरो यंबद दुख निकंदन गुरु अमरदास हृदय नित त्यावा हृदय नित त्यावा गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद सोब सोमत प्रकाशक श्री हर राय नमो कर जोरी नमो कर जोरी श्री हरि कृष्ण मनाए बहोरी गुरु तेग बहादुर परम कृपाला परम कृपाला गुरु गोविंद सिंह बिसाला एक ओंकार सतगुरु तेह प्रसाद सच होए। वाहिगुरु जी की फतेह बिघ्न बिनाशन सोए। वाहिगुरु जी की फतेह बिघ्न बिनाशन सोए। परम सन्मानयोग हाजरा हजूर जहरा जहूर पतत पावन भगत वत्सल कृपा निधान दसां गुरुआं दे रब्बी स्वरूप धन धन साहिब श्री गुरु ग्रंथ साहिब जी महाराज उन्हां दी पाक हजूरी अंदर जुड़ बैठी साध संगत जी वडभागे हाँ जो संध्या दे दीवाना दे समय धन गुरु नानक देव जी महाराज जी की 9वीं जोत धन साहिब श्री गुरु तेग बहादुर जी महाराज जिन्हां दे पावक अस्थान गुरुद्वारा श्री कोठा साहिब विखे चल रही लड़ीवार इतिहास दे विच चौथे पहर नूं जाणदियां होइयां अपणियां हाजरियां नूं भर रहे हां। वडभागे हाँ साध संगत जी जो अपने कीमती समय दे विचों समा कढ़दे हुए गुरु दे दर ते आण जुड़ बैठे हाँ। ऐसी परमात्मा ने कृपा की जो भाई साहिब भाई गुरदास जी के फरमान अनुसार बाबे भेख बनाया उदासी की रीत चलाई चढ़िया सोधना धरत लुकाई। धन गुरु नानक देव जी महाराज जिन्हां ने संसार दियां 4 प्रचार यात्रावां कीतियां जिन्हां ने 4 उदासियां साध संगत जी इस लोक परलोक विच जिहड़े
ਕਪਟੀ ਸਨ, ਪਾਪੀ ਸਨ, ਕੁਕਰਮੀ ਸਨ, ਉਹਨਾਂ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਣ ਵਾਸਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੇ ਸਾਥ ਦੇ ਨਾਲ 4 ਉਦਾਸੀਆਂ ਜਿਹੜੀਆਂ ਪ੍ਰਾਰੰਭੀਆਂ ਸਨ, ਜਿਨ੍ਹਾਂ ਦਾ ਇਤਿਹਾਸ ਆਪਾਂ ਰੋਜ਼ਾਨਾ ਸਰਵਣ ਕਰ ਰਹੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਅਨੁਸਾਰ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਲੰਕਾ ਦੇ ਵਿੱਚ ਪਹੁੰਚੇ ਨੇ, ਜਿਹੜੇ ਸਮੁੰਦਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਵਾਹਿਗੁਰੂ ਦਾ ਮੰਤਰ ਸਿਮਰਦੇ ਹੋਏ ਇੱਕ ਰਸ ਇੱਕ ਚਾਲ ਦੇ ਵਿੱਚ ਤੁਰੇ ਜਾ ਰਹੇ ਨੇ, ਉੱਥੇ ਇੱਕ ਉਹਨਾਂ ਨੂੰ ਮੱਛ ਦਿਖਾਈ ਦਿੰਦਾ ਹੈ, ਜਿਹਦੇ ਉੱਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋਏ ਨੇ। ਤੇ ਜਦੋਂ ਭਾਈ ਮਰਦਾਨਾ ਜੀ ਨੇ ਉਸ ਮੱਛ ਨੂੰ ਤੱਕਿਆ ਹੈ ਤੇ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਡਰ ਕੇ ਦੇਖ ਕੇ ਡਰਿਆ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਚਨ ਕੀਤੇ ਨੇ ਕਿ ਗੁਰੂ ਜੀ, ਜੇ ਤੁਹਾਡਾ ਸੰਗ ਮੇਰੇ ਕੋਲ ਨਾ ਹੁੰਦਾ, ਹੋ ਸਕਦਾ ਮੈਂ ਜੇਕਰ ਤੁਹਾਡਾ ਸਾਥੀ ਨਾ ਹੁੰਦਾ ਤੇ ਇਹ ਜਿਹੜਾ ਮੱਛ ਜਿਹੜਾ ਸਮੁੰਦਰ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਏ, ਇਹਨੇ ਮੈਨੂੰ ਮੌਤ ਦੇ ਘਾਟ ਉਤਾਰ ਦੇਣਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਮਰਦਾਨਿਆ, ਇਹ ਡਰ ਤੈਨੂੰ ਕਿਉਂ ਸਤਾਉਂਦਾ ਹੈ? ਇਹਦਾ ਕਾਰਨ ਕੀ ਹੈ? ਤੇਰੇ ਮਨ ਦੇ ਵਿੱਚ ਇਹ ਵਿਚਾਰ ਉਪਜਦਾ ਕਿਉਂ ਹੈ? ਕਿਉਂਕਿ ਤੇਰੇ ਤੇ ਮਾਇਆ ਦਾ ਪ੍ਰਭਾਵ ਹੈ। ਤੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੰਕਾਰ ਭਰਿਆ ਹੋਇਆ ਹੈ। ਜਿੰਨਾ ਚਿਰ ਤੂੰ ਮਾਇਆ ਦੇ ਮੋਹ ਨੂੰ ਨਹੀਂ ਛੱਡੇਗਾ, ਆਪਣੇ ਤਨ ਦੇ ਅੰਦਰ ਜਿਹੜਾ ਹੰਕਾਰ ਦਾ ਰੋਗ ਉਹਨੂੰ ਦੂਰ ਨਹੀਂ ਕਰੇਗਾ, ਇਹ ਸਾਰੇ ਜਿਹੜੇ ਤੈਨੂੰ ਲੋਕ ਨੇ ਜਾਂ ਜਾਨਵਰ ਨੇ ਇਹ ਡਰਾਵਣੇ ਦਿਖਣਗੇ। ਬਚਨ ਸੁਣ ਕੇ ਮਰਦਾਨਾ ਚੁੱਪ ਹੋਇਆ ਹੈ ਤੇ ਬਾਅਦ ਵਿੱਚ ਕੁਝ ਸਮੇਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬਚਨ ਕੀਤੇ ਨੇ ਕਿ ਇਹਦਾ ਵਜਨ ਕਿੰਨਾ ਕੁ ਹੈ ਜਾਂ ਇਹ ਕਿਤਨੇ ਕੁ ਆਕਾਰ ਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਹੁਤ ਚੰਗੇ ਢੰਗ ਦੇ ਨਾਲ ਜਵਾਬ ਦਿੱਤਾ ਹੈ ਤੇ ਬਾਅਦ ਵਿੱਚ ਸਾਧ ਸੰਗਤ ਜੀ ਚੱਲਦੇ ਚੱਲਦੇ ਉਸ ਮੱਛ ਦਾ ਉਧਾਰ ਕੀਤਾ ਹੈ, ਜਿਹਨੂੰ ਕਿ ਰਾਜੇ ਨੇ ਬਚਨ ਕੀਤੇ ਸੀ ਜਨਕ ਨੇ, ਤੇ ਜਨਕ ਦੇ ਬਚਨ ਨਾ ਮੰਨਣ ਕਾਰਨ ਉਹ ਮੱਛ ਦੀ ਜੂਨ ਦੇ ਵਿੱਚ ਪਿਆ ਸੀ, ਜਿਹਨੇ ਅਨਕ ਤਾਪ ਕੀਤੇ ਸਨ, ਅਨਕ ਕਠਨ ਜਿਹੜੇ ਜਾਪ ਕੀਤੇ ਸਨ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਉਸ ਮੱਛ ਦੇ ਉੱਪਰ ਰੱਖੇ ਨੇ, ਉਸ ਮੱਛ ਦੇ ਵਿੱਚ ਬੋਲਣ ਦੀ ਤਖਤੀ ਪੈਦਾ ਹੋ ਗਈ। ਉਸ ਮੱਛ ਜਿਹੜਾ ਹੈ ਉਹ ਬੋਲਣ ਲੱਗਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗਾ ਹੈ ਕਿ ਤੁਹਾਡੇ ਚਰਨਾਂ ਦੀ ਧੂੜ ਸਦਕਾ ਮੇਰੇ ਵਿੱਚ ਬੋਲਣ ਦੀ ਸ਼ਕਤੀ ਆਈ ਹੈ। ਤੁਸੀਂ ਤਾਂ ਕੋਈ ਪੂਰਨ ਸੰਤ ਹੋ। ਅਜਿਹੇ ਬਚਨ ਜਦੋਂ ਉਸ ਮੱਛ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕਹੇ ਨੇ, ਮੱਛ ਦਾ ਉਧਾਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਕਾ ਦੇ ਵਿੱਚ ਪਹੁੰਚੇ ਨੇ, ਜਿੱਥੇ ਕਿ ਭਪੀਖਾ ਰਹਿੰਦਾ ਹੈ, ਜਿਹੜਾ ਕਿ ਕੁਝ ਸਮੇਂ ਤੋਂ ਰਾਮ ਜੀ ਤੋਂ ਵਿਛੜਿਆ ਹੋਇਆ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਭਪੀਖਨ ਨੂੰ ਜਾ ਕੇ ਪੁੱਛਿਆ ਕਿ ਇਹ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਰਾਜਿਆਂ ਨੂੰ, ਜਿਹੜੇ ਰਾਜਿਆਂ ਨੇ ਵਜ਼ੀਰ ਰੱਖੇ ਨੇ, ਉਹਨਾਂ ਨੂੰ ਸੂਚਿਤ ਕੀਤਾ ਹੈ ਕਿ ਭਪੀਖਨ ਨੂੰ ਕਹਿ ਕਿ ਤੇਰੇ ਰਾਜ ਦੇ ਬਾਹਰ 3 ਲੋਕ ਆਏ ਨੇ, ਉਹ ਤੈਨੂੰ ਮਿਲਣ ਤੋਂ ਬਗੈਰ ਇਸ ਸਥਾਨ ਤੋਂ ਨਹੀਂ ਜਾਣਗੇ। ਇਹ ਗੱਲ ਜਦੋਂ ਮੁਰੀਦਾਂ ਦੇ ਕੋਲ ਕੱਲੀ ਹੈ ਤਾਂ ਭਪੀਖਾ ਰਾਮ ਦਾ ਰੂਪ ਸਮਝ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ। ਹੁਣ ਦਰਸ਼ਨ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਕੀ ਵਿਚਾਰ ਵਟਾਂਦਰਾ ਉਸ ਭਪੀਖਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੋਵੇਗਾ। ਆਓ ਸੁਰਤੀਆਂ ਬਿਰਤੀਆਂ ਨੂੰ ਕਰੀਏ ਏਕਾਗਰਚਿਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ। ਆਈਏ ਨਿਮਰਤਾ ਦੇ ਘਰ ਦੇ ਵਿੱਚ ਬੁਲਾਈਏ ਫਤਿਹ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੇਲ ਸਰੀਰਨ ਕੋ ਬਨਿਓ,
बिशुरन है इन अंत, मिले न बिछुरहि सो सदा, जिन उर नाम सुमंत। धन गुरु नानक देव जी महाराज ਜਦੋਂ ਉਸ ਭਪੀਖਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ, ਕੱਲ ਆਪਾਂ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਭਪੀਖਣ ਤੂੰ ਕੁਝ ਸਮੇਂ ਤੋਂ ਰਾਮ ਜੀ ਤੋਂ ਵਿਛੜਿਆ ਹੋਇਆ ਹੈ। ਪਰ ਭਪੀਖਣ ਦਾ ਉੱਤਰ ਸੀ ਕਿ ਗੁਰੂ ਜੀ ਮੈਂ ਉਹਨਾਂ ਦਾ ਧਿਆਨ ਹਿਰਦੇ ਦੇ ਵਿੱਚ ਧਰ ਕੇ ਰੋਜ਼ਾਨਾ ਉਹਨਾਂ ਦੀ ਯਾਦ ਦੇ ਵਿੱਚ ਡੁੱਬਾ ਰਹਿੰਦਾ ਸੀ। ਉਸ ਮੈਨੂੰ ਵਿਸਰੇ ਨਹੀਂ ਸਨ, ਉਹਨਾਂ ਦਾ ਨਾਮ ਮੇਰੇ ਹਿਰਦੇ ਦੇ ਵਿੱਚ ਪ੍ਰਵੇਸ਼ ਸੀ। ਤੇ ਹੁਣ ਜਦੋਂ ਇਹ ਗੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਸਾਂਝੀ ਕੀਤੀ ਹੈ ਤੇ ਦੋਹਰੇ ਦੇ ਵਿੱਚ ਉੱਤਰ ਦਿੱਤਾ ਹੈ। ਭਪੀਖਣ ਕਹਿਣ ਲੱਗਾ ਏ ਕਿ ਗੁਰੂ ਜੀ ਇਹ ਜਿਹੜੇ ਸੰਸਾਰਿਕ ਜੀਵਾਂ ਦੇ ਸਰੀਰ ਨੇ, ਜਿਹੜੇ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੇ ਹਨ, ਇਹਨਾਂ ਸਰੀਰਾਂ ਦਾ ਜਿਹੜਾ ਆਪਸੀ ਮੇਲ ਮਿਲਾਪ ਹੈ, ਇਹਦਾ ਵਿਛੜਨਾ ਤਾਂ ਬਣਿਆ ਹੋਇਆ ਏ। ਪਰ ਜਿਸ ਨੇ ਨਾਮ ਰੂਪ ਸ੍ਰੇਸ਼ਟ ਪੂੰਜੀ ਨੂੰ ਹਿਰਦੇ ਦੇ ਵਿੱਚ ਵਸਾਇਆ ਹੈ ਨਾ, ਉਹਨਾਂ ਦਾ ਹਮੇਸ਼ਾ ਦੇ ਲਈ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਸਾਧ ਸੰਗਤ ਜੀ ਗੱਲ ਜ਼ਿਕਰਯੋਗ ਹੈ, ਬੜੀ ਪਿਆਰ ਵਾਲੀ ਗੱਲ ਹੈ ਕਿ ਗੁਰਮੁਖਾਂ ਦੀ ਅਵਸਥਾ ਕੀ ਹੁੰਦੀ ਹੈ। ਅੱਜ ਬਚਨ ਸਾਂਝਾ ਕਰਨ ਲੱਗਾ ਕਿ ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰੂ ਦੇਖਣ ਜਾਈ, ਸਮੁੰਦ ਸਾਗਰ ਹੋਏ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ। ਇਹ ਗੁਰਮੁਖ ਦੀ ਜਿਹੜੀ ਅਵਸਥਾ ਹੈ ਇਹ ਬਿਆਨ ਕਰ ਰਹੇ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੱਸ ਰਹੇ ਨੇ ਕਿ ਗੁਰਸਿੱਖ ਦੀ ਅਵਸਥਾ ਕਿਸ ਤਰ੍ਹਾਂ ਦੀ ਹੈ। ਝੱਖੜ ਭਾਵ ਕਿ ਕਿੰਨੀਆਂ ਵੀ ਤੇਜ਼ ਹਵਾਵਾਂ ਵਗਦੀਆਂ ਹੋਣ, ਮੀਂਹ ਵਰਸੇ ਭਾਵ ਕਿ ਕਿੰਨਾ ਵੀ ਤੇਜ਼ ਜਿਹੜਾ ਮੀਂਹ ਉਹ ਪੈਂਦਾ ਹੋਵੇ, ਭੀ ਗੁਰੂ ਦੇਖਣ ਜਾਹੀ। ਪਰ ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਗੁਰੂ ਨੂੰ ਮਿਲਣ ਦੀ ਤਾਂਘ ਰੱਖਦਾ ਹੈ, ਉਹ ਇਹਨਾਂ ਝੱਖੜ ਝਾਂਗੀਆਂ ਦੀ ਪਰਵਾਹ ਕਰਨ ਤੋਂ ਬਿਨਾਂ ਸਮੁੰਦ ਸਾਗਰ ਹੋਏ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਈ। ਭਾਵੇਂ ਕਿੰਨੇ ਵੀ ਸਮੁੰਦਰ ਖਾਰੇ ਪਾਣੀ ਦੇ ਡੂੰਘੇ ਕਿਉਂ ਨਾ ਹੋਣ, ਉਹ ਗੁਰਸਿੱਖ ਲੰਘ ਕੇ ਉਹਨਾਂ ਨੂੰ ਪਾਰ ਕਰਕੇ ਤੇ ਆਪਣੇ ਗੁਰੂ ਦੇ ਦਰਸ਼ਨਾਂ ਦੀ ਤਾਂਘ ਲਈ ਜਾਂਦਾ ਹੈ। ਇਹ ਗੁਰਸਿੱਖ ਦੀ ਅਵਸਥਾ ਹੈ। ਬਟ ਭਾਗੇ ਹੋ ਸਾਧ ਸੰਗਤ ਜੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਬੈਠ ਕਰਕੇ ਐਸੇ ਮੌਸਮ ਦੇ ਵਿੱਚ ਵੀ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕਰਕੇ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਸਾਖੀਆਂ ਸਰਵਣ ਕਰ ਰਹੇ ਹੋ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਭਪੀਖਣ ਨੂੰ ਸਮਝਾਇਆ ਹੈ ਤੇ ਭਪੀਖਣ ਨੇ ਉੱਤਰ ਦਿੱਤਾ ਹੈ ਕਿ ਜਿਹਦੇ ਹਿਰਦੇ ਦੇ ਵਿੱਚ ਉਸ ਨਾਮ ਰੂਪ ਪੂੰਜੀ ਦਾ ਵਾਸਾ ਹੈ, ਉਹ ਕਦੀ ਵੀ ਪਰਮਾਤਮਾ ਤੋਂ ਵਿਛੜਦੇ ਨਹੀਂ, ਹਮੇਸ਼ਾ ਪਰਮਾਤਮਾ ਦੇ ਨਾਲ ਇੱਕ ਸੁਰ ਜੁੜੇ ਰਹਿੰਦੇ ਹਨ। ਚੌਪਈ ਜਬ ਸ਼੍ਰੀ ਰਾਮ ਲੰਕ ਚੜ ਆਇਓ, 10 ਸਿਰ ਕੋ ਮੈਂ ਤਬ ਸਮਝਾਇਓ। ਹੁਣ ਭਪੀਖਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੱਸ ਰਿਹਾ ਹੈ, ਕਹਿਣ ਲੱਗਾ ਹੈ ਕਿ ਗੁਰੂ ਜੀ ਲੰਕਾ ਦਾ ਜਿਹੜਾ ਰਾਜਾ ਹੈ ਉਹਦੇ ਵਿੱਚ ਰਾਵਣ ਸੀ। ਜਦੋਂ ਰਾਮਚੰਦਰ ਉਸ ਰਾਵਣ ਤੇ ਚੜ੍ਹਾਈ ਕਰਕੇ ਆਇਆ ਸੀ ਤੇ ਮੈਂ ਰਾਵਣ ਨੂੰ ਬਹੁਤ ਸਮਝਾਉਣਾ ਕੀਤਾ ਸੀ। ਸੀਤਾ ਦੇ ਮਿਲ ਹੋ ਰਘੁਨਾਥੰ, ਰਾਜ ਕਰੋ ਬੈਠੇ ਸੁਖ ਸਾਥੰ। ਤੇ ਸਮਝਾਉਣਾ ਵੀ ਕੀ ਕੀਤਾ ਸੀ ਕਿ ਆ ਜਿਹੜੀ ਸੀਤਾ ਤੂੰ ਕੈਦ ਕੀਤੀ ਹੋਈ ਹੈ, ਰਾਮਚੰਦਰ ਤੇਰੇ ਕੋਲ ਖੁਦ ਚੱਲ ਕੇ ਆ ਰਿਹਾ ਹੈ। ਜੇਕਰ ਤੂੰ ਇਹ ਸੀਤਾ ਕਿਤੇ ਰਾਮਚੰਦਰ ਨੂੰ ਸਪੁਰਦ ਕਰ ਦੇਵੇ ਤੇ ਜਿਹੜੇ ਰਘੁਵੰਸ਼ ਕੁਲ ਦੇ ਰਾਮਚੰਦਰ ਨੇ ਉਹ ਤੈਨੂੰ ਸੁੱਖ ਤਾਂ ਪ੍ਰਾਪਤ ਕਰਵਾਉਣਗੇ, ਪਰ ਜਿਹੜਾ ਤੈਨੂੰ ਇਹ ਦੁਨਿਆਵੀ ਸੁੱਖਾਂ ਤੋਂ
ਆਨੰਦ ਮਿਲੇਗਾ, ਉਹਦਾ ਜਿਹੜਾ ਮਾਨਣ ਦਾ ਜਰੀਆ ਹੈ ਉਹ ਵੱਖਰਾ ਹੀ ਹੋਵੇਗਾ। ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ, ਕੀਨ ਅਨਾਦਰ ਸਭਾ ਮਜਾਰੀ। ਤੇ ਭੀਖਣ ਦੱਸ ਰਿਹਾ ਏ ਕਿ ਰਾਵਣ ਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ। ਰਾਵਣ ਨੇ ਇਹ ਮੇਰੇ ਬਚਨ ਨਹੀਂ ਮੰਨੇ, ਉਲਟਾ ਕੀ ਕੀਤਾ ਏ, ਮੇਰੇ ਤਨ ਦੇ ਉੱਪਰ ਜ਼ੋਰ ਦੇ ਨਾਲ ਲੱਤ ਮਾਰੀ, ਭਾਵ ਕੇ ਲੱਤ ਦੇ ਨਾਲ ਪ੍ਰਹਾਰ ਕੀਤਾ ਏ। ਤੇ ਜਿਹੜੀ ਰਾਵਣ ਦੀ ਲੰਕਾ ਦੇ ਵਿੱਚ ਸਭਾ ਲੱਗੀ ਹੋਈ ਸੀ, ਉਸ ਸਭਾ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਅਪਮਾਨ ਰਾਵਣ ਨੇ ਕੀਤਾ ਸੀ। ਰਾਮਚੰਦਰ ਕੀ ਤੱਕੀ ਸ਼ਰਣਾ, ਤੇ ਛਿਨ ਪਇਓ ਹਿਰਦੈ ਸਫੁਰਣਾ। ਤੇ ਉਸ ਦ੍ਰਿਸ਼ ਤੋਂ ਦੁਖੀ ਹੋ ਕਰਕੇ ਗੁਰੂ ਜੀ ਬਾਅਦ ਵਿੱਚ ਮੈਂ ਰਾਮਚੰਦਰ ਦੀ ਸ਼ਰਨ ਦੇ ਵਿੱਚ ਪੈਣਾ ਕੀਤਾ ਹੈ। ਤੇ ਜਦੋਂ ਮੈਂ ਰਾਮਚੰਦਰ ਦੀ ਸ਼ਰਨ ਦੇ ਵਿੱਚ ਪਿਆ ਹਾਂ, ਉਸ ਸਮੇਂ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਆਇਆ ਸੀ। ਗਾਢ ਲੰਕਾ ਕੋ ਮਾਰਹਿ ਜਬ ਹੀ, ਵਿਜੈ ਹੋਏ ਰਘੁਪਤ ਕੀ ਤਬ ਹੀ। ਤੇ ਫੁਰਨਾ ਵੀ ਕੀ ਆਇਆ ਏ ਕਿ ਜਿਹੜਾ ਇਹ ਸੋਨੇ ਦਾ ਮਹਿਲ ਬਣਿਆ ਹੋਇਆ ਏ, ਜਿਹਦੇ ਵਿੱਚ ਰਾਵਣ ਰਾਜ ਕਰਦਾ ਏ, ਜਿਹਦੇ ਮਹਿਲ ਦੇ ਵਿੱਚ ਸੂਰਜ ਤੇ ਚੰਦ ਉਹਦੀ ਰਸੋਈ ਕਰਦੇ ਨੇ, ਰਾਤ ਜਿਹੜੀ ਹੈ ਉਹਦੀ ਕੱਪੜੇ ਧੋਂਦੀ ਹੈ। ਜੇਕਰ ਕਿਤੇ ਇਹ ਲੰਕਾ ਰਾਮਚੰਦਰ ਜਿੱਤ ਲਵੇ ਤਾਂ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦੀ ਖੁਸ਼ੀ ਹੋਵੇਗੀ, ਤੇ ਰਘੁਵੰਸ਼ ਕੁਲ ਦੇ ਜਿਹੜੇ ਰਾਮਚੰਦਰ ਨੇ ਉਹਨਾਂ ਦੀ ਵੀ ਫਤਿਹ ਹੋਵੇਗੀ। ਮੁਝੇ ਰਾਜ ਦੇ ਲੰਕ ਸਮੇਤਾ, ਇਉਂ ਵਿਚਾਰ ਕਰ ਚਲਿਓ ਨਕੇਤਾ। ਤੇ ਜਦੋਂ ਰਾਮਚੰਦਰ ਜੀ ਲੰਕਾ ਜਿੱਤ ਲੈਣਗੇ, ਜੇਕਰ ਉਸ ਲੰਕਾ ਦਾ ਰਾਜ ਮੈਨੂੰ ਸੌਂਪ ਦੇਣਗੇ ਤਾਂ ਮੈਂ ਬਹੁਤ ਖੁਸ਼ ਹੋਵਾਂਗਾ। ਹੁਣ ਇਸ ਤਰ੍ਹਾਂ ਦੇ ਵਿਚਾਰ ਸਾਧ ਸੰਗਤ ਜੀ ਕਰਕੇ ਆਪਣੇ ਘਰ ਤੋਂ ਚੱਲ ਪਿਆ ਏ। ਤੇ ਅੱਗੇ ਕੀ ਵਾਪਰਿਆ ਏ, ਗਮਨਿਓ ਸਨਮੁਖ ਹੋਏ ਅਨਾਥਾ, ਜਾਏ ਦਰਸ ਦੇਖਿਓ ਰਘੁਨਾਥਾ। ਤੇ ਕਹਿਣ ਲੱਗਾ ਕਿ ਗੁਰੂ ਜੀ, ਜਿਹੜਾ ਮੇਰੇ ਮਨ ਦੇ ਵਿੱਚ ਫੁਰਨਾ ਸੀ, ਜਿਹੜੇ ਮੇਰੇ ਮਨ ਦੇ ਵਿੱਚ ਵਿਚਾਰ ਆ ਰਹੇ ਸਨ, ਹੁਣ ਕੀ ਹੋਇਆ ਕਿ ਸਮਾਂ ਪਾ ਕੇ ਜਦੋਂ ਮੈਂ ਰਾਮਚੰਦਰ ਦੀ ਸ਼ਰਨ ਦੇ ਵਿੱਚ ਪਹੁੰਚਿਆ, ਜਦੋਂ ਮੈਂ ਰਾਮਚੰਦਰ ਦੀ ਸ਼ਰਨ ਦੇ ਵਿੱਚ ਹਾਜ਼ਰ ਹੋਇਆ ਹਾਂ, ਤੇ ਜਾ ਕਰਕੇ ਮੈਂ ਜਦੋਂ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਹਨ, ਰਾਜ ਚਾਹੇ ਤੇ ਛਿਨ ਮਿਟ ਗਈ, ਇਉਂ ਵਿਚਾਰ ਉਰ ਮੈਂ ਸ਼ੁਭ ਪਈ। ਤੇ ਉਹ ਭੀਖਣ ਕਹਿਣ ਲੱਗਾ ਕਿ ਜਦੋਂ ਮੈਂ ਦਰਸ਼ਨ ਕੀਤੇ ਨੇ ਰਾਮਚੰਦਰ ਦੇ, ਤੇ ਜਿਹੜੇ ਮੇਰੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਸਨ ਕਿ ਜੇਕਰ ਕਿਤੇ ਰਾਮਚੰਦਰ ਇਸ ਸੋਨੇ ਦੀ ਲੰਕਾ ਨੂੰ ਫਤਿਹ ਕਰ ਲੈਣ ਤੇ ਉਹਦਾ ਰਾਜ ਮੈਨੂੰ ਬਖਸ਼ ਦੇਣ, ਤੇ ਮੇਰੀ ਸਾਰੇ ਪਾਸੇ ਜੈ ਜੈਕਾਰ ਹੋਵੇਗੀ, ਮੇਰੇ ਘਰ ਦੇ ਵਿੱਚ ਸੁੱਖ ਹੋਵੇਗਾ। ਪਰ ਸਾਧ ਸੰਗਤ ਜੀ, ਜਦੋਂ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਨੇ ਤੇ ਗੁਰੂ ਜੀ ਨੂੰ ਦੱਸ ਰਿਹਾ ਕਿ ਇਹ ਸਾਰੇ ਫੁਰਨੇ ਮੇਰੇ ਮਿਟ ਕੇ ਭਾਵ ਕੇ ਨਾਸ ਹੋ ਗਏ ਹਨ, ਤੇ ਮੇਰੇ ਮਨ ਦੇ ਵਿੱਚ ਰਾਮਚੰਦਰ ਜੀ ਪ੍ਰਤੀ ਬਹੁਤ ਭਾਵਨਾ ਪੈਦਾ ਹੋਈ ਹੈ। ਰਾਜ ਬੜੋ ਦੁਖ ਸਾਗਰ ਹੇਰਾ, ਜਗਤ ਧੰਦ ਕੋ ਗਰਤ ਬਡੇਰਾ। ਤੇ ਦਰਸ਼ਨ ਕਰਦਿਆਂ ਸਾਰ ਅਵਸਥਾ ਕੀ ਬਣ ਗਈ ਹੈ ਕਿ ਇਹ ਜਿਹੜੇ ਰਾਜ ਨੇ ਇਹ ਤਾਂ ਦੁੱਖਾਂ ਦਾ ਇੱਕ ਸਾਗਰ ਨੇ, ਤਾਂ ਇਹ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਟੋਇਆ ਹੈ, ਜਿਹਦੇ ਵਿੱਚ ਮਨੁੱਖ ਜਦੋਂ ਡਿੱਗ ਜਾਂਦਾ ਏ ਤਾਂ ਉਹਨੂੰ ਬਹੁਤ ਨਿਕਲਣ ਲਈ ਯਤਨ ਕਰਨੇ ਪੈਂਦੇ ਨੇ ਤੇ ਦੁੱਖ ਸਹਾਰਨੇ ਪੈਂਦੇ। ਹੁਣ ਉਹਦੀ ਅਵਸਥਾ ਕੀ ਬਣੀ ਹੈ ਰਾਮਚੰਦਰ ਦੀ ਸ਼ਰਨ ਦੇ ਵਿੱਚ ਜਾ ਕਰਕੇ ਕਿ ਵੱਡੇ ਵੱਡੇ ਜੋ ਦਿਸੈ ਲੋਕ, ਤਿਨ ਕੋ ਵਿਆਪੇ ਚਿੰਤਾ ਰੋ।
ऐसी अवस्था साध संगत जी उस भभीखन दी बनी हुई है। आवलोके हुआ करने कामो बंदन कीन चरण श्री रामो। ते कहन लगा कि मैं कामना तो रहत हो के भाव के जिन्नी भी मेरे मन की पहला भावना सी, जेड़े मेरे मन दे विच विचार आ रहे सन, वो सारे नाश हो के मैं रामचंद्र जी नूं नमस्कार कीती है। ते दर्शन करदियां सार रामचंद्र जी दे जेड़े चरण ने वो पकड़ने कीते हन। करुणा निध श्री अंतर जामी पूरब फुरना लख कर स्वामी। ते जेड़ा मेरे मन दे विच फुरना सी, रामचंद्र दी शरण दे विच आउण तो पहला ਜਿਹੜੀਆਂ मैं मन दे विच विचारां घड़ रहीਆਂ सन, ਉਹ ਸਾਰੀਆਂ ਵਿਚਾਰਾਂ ਨੂੰ ਰਾਮਚੰਦਰ ਜੀ ਜਾਣ ਗਏ ਸਨ। ਤੇ ਸਾਰਿਆਂ ਤੋਂ ਪਹਿਲਾਂ ਰਾਮਚੰਦਰ ਜੀ ਨੇ ਮੇਰੇ ਨਾਲ ਇਹ ਬਚਨ ਜਿਹੜੇ ਉਹ ਕਰਨੇ ਕੀਤੇ ਹਨ। ਦੋਹਰਾ ਬੋਲੇ श्री मुख ते बचन आओ बैठ लंकेश। ते हुण साध संगत जी रामचंद्र जी ਜਿਹੜਾ ਭਪੀਖਣ ਉਹਨਾਂ ਦੀ ਸ਼ਰਨ ਦੇ ਵਿੱਚ ਆਇਆ ਏ, ਤੇ ਉਸ ਭਪੀਖਣ ਨੂੰ ਬਚਨ ਕੀ ਕੀਤੇ ਨੇ ਕਿ हे ਲੰਕਾਪਤੀ ਸਾਡੇ ਕੋਲ ਆਇਆ ਏ ਤੇ ਤੂੰ ਸਾਡੇ ਕੋਲ ਬੈਠਣਾ ਕਰ। ਤਬੈ ਕਾਮਨਾ ਹਿਰਦੈ ਉਠਾਈ लंका दे राम मुझ ताई। ते हुण मन दे विच विचार कर रहा है, ते जेड़े विचार मन दे विच आ रहे सन रामचंद्र जी अगे सांझे कीते ने। ते कहन लगा है कि स्वामी जी जेड़े राज दी तुसी गल कर रहे हो, मेरे मन दे विच ये इच्छा नहीं सी, पर हुण की है कि सुन श्री रघुपत बहुर उचारा निज घर ते तू जबे पधारा। और रामचंद्र जी कहन लगे ने कि जदों तू घर तो निकलिया सा, तेरे मन दे विच एक विचार आया सी, तेरे मन दे विच एक फुरना आया सी। वो फुरना की सी? तबे कामना हृदय उठाई लंका देह राम मुझ ताई। ते हिरदे दे विच इच्छा की सी तेरे कि आ जेड़ा रामचंद्र जी ने लंका जित्ती है, जे किते इहदा राज मैनू मिल जावे। हुण जदों साध संगत जी इस तरह दे बचन रामचंद्र जी ने उस भभीखन नूं करने कीते हन। धार कामना जो जगियासी कर तज आवत है मुझ पासी। ते हुण रामचंद्र जी कहन लगे ने कि भभीखन जेड़ा भी मनुख घर दियां सारियां जिम्मेवारियां नूं त्याग करके, अपने घर दा त्याग करके, अपने पुत्रां दा त्याग करके, मन दे विच इच्छा धार के मेरे कोल आउंदा है, ते अवस्था की बनदी है? करो कामना पूरब पूरी पुन दियो पदवी केवल रूरी। ते सब तो पहला जिहड़ी उस व्यक्ति दे मन दे विच इच्छा हुंदी है, मैं सारियां तो पहला ओदी वो इच्छा पूरी करदा हां, बाद विच ओनू मैं जिहड़ी मुक्ति दा साधन वो प्राप्त करवाउंदा हां। है ऐसे श्री राम उदारा अष्ट पहर जिन नाम उदारा। ते गुरु नानक देव जी महाराज जी नूं कहन लगे ने कि गुरु जी ऐसे दयालु सन रामचंद्र जी, जिन्हां ने मेरे दिल दी बुझ करके ते मेरी कामना जिहड़ी पूरी कीती है, जिन्हां नूं अठे पैर उस परमात्मा दे नाम दा सहारा रहिंदा सी। सोन श्री नानक कै मृद बानी
ਧਨ ਬਪੀਖਨ ਸ਼ੁਭ ਗੁਣ ਖਾਨੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬਪੀਖਨ ਦੇ ਐਸੇ ਬਚਨ ਸੁਣੇ ਨੇ, ਤੇ ਬਚਨ ਸੁਣਦਿਆਂ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਬਪੀਖਨ ਨੂੰ ਕਹਿਣ ਲੱਗੇ ਨੇ ਕਿ ਬਪੀਖਣ ਤੂੰ ਧਨ ਹੈ, ਤੂੰ ਧਨ ਹੈ ਜਿਹੜਾ ਤੈਨੂੰ ਐਸਾ ਗੁਰੂ ਮਿਲਿਆ ਸੀ। ਚਿਰੰਜੀਵ ਪਦਵੀ ਤਾ ਪਾਈ, ਮਨ ਕੀ ਨਾਮ ਬਿਖਲ ਬਲਾਈ। ਪਰ ਇਹ ਜਿਹੜੀ ਅਵਸਥਾ ਹੈ, ਇਹ ਜਿਹੜਾ ਰਾਜ ਤੂੰ ਪ੍ਰਾਪਤ ਕੀਤਾ ਹੈ, ਇਹਦਾ ਕਾਰਨ ਕੀ ਸੀ? ਕਿਉਂਕਿ ਤੂੰ ਮਨ ਦੇ ਨਾਲ ਉਸ ਰਾਮ ਦਾ ਨਾਮ ਸਿਮਰਦਾ ਸੀ, ਮਨ ਦੇ ਨਾਲ ਤੂੰ ਉਸ ਰਾਮ ਦੇ ਨਾਮ ਨਾਲ ਸੁਰਤ ਜੋੜੀ ਸੀ, ਜਿਹਦੇ ਕਾਰਨ ਰਾਮਚੰਦਰ ਜੀ ਤੇਰੇ ਤੇ ਤੁਰਠੇ ਸਨ ਤੇ ਉਹਨਾਂ ਨੇ ਤੈਨੂੰ ਇਹ ਜਿਹੜੀ ਬਖਸ਼ਿਸ਼ ਉਹ ਦਿੱਤੀ ਹੈ। ਡਰਤ ਰਹਿਤ ਰਾਕਸ਼ ਭੈ ਤੇਰੇ, ਆਇ ਸਮਾਨ ਭਏ ਸਭ ਚੇਰੇ। ਤੇ ਜਿਹੜੇ ਦੈਂਤ ਸਨ ਉਹ ਅੱਗੇ ਤੇਰਾ ਭੈ ਮੰਨ ਕੇ ਤੇਰੇ ਤੋਂ ਡਰਦੇ ਰਹਿੰਦੇ ਸਨ, ਪਰ ਹੁਣ ਤੇਰਾ ਸੇਵਕ ਤੇਰੇ ਹੁਕਮ ਮੰਨ ਕੇ ਉਹ ਸਾਰੇ ਤੇਰੇ ਸੇਵਕ ਬਣ ਕੇ ਤੇਰੀ ਸੇਵਾ ਦੇ ਵਿੱਚ ਲੱਗੇ ਹੋਏ ਹਨ। ਸੁਨਤ ਬਪੀਖਨ ਬੈਨ ਉਚਾਰੇ, ਬੇਮੁਖ ਦੈਤ ਰਾਮ ਸਭ ਮਾਰੇ। ਹੁਣ ਬਪੀਖਨ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਹ ਬਚਨ ਸੁਣੇ ਨੇ, ਤੇ ਬਪੀਖਨ ਕਹਿਣ ਲੱਗਾ ਏ ਕਿ ਗੁਰੂ ਜੀ ਇਹ ਜਿਹੜੇ ਦੈਂਤਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਤਾਂ ਰਾਮਚੰਦਰ ਜੀ ਨੇ ਪਹਿਲਾਂ ਹੀ ਮਾਰ ਦਿੱਤੇ ਸਨ। ਦਕ ਰਾਜ ਅਯੁੱਧਿਆ ਗਏ, ਮਮ ਸਮੇਤ ਬਾਂਦਰ ਦਲ ਲਏ। ਤੇ ਮੈਨੂੰ ਰਾਜ ਦੇ ਕਰਕੇ ਸਾਰੀ ਲੰਕਾ ਮੈਨੂੰ ਸਮੇਟ ਕਰਕੇ ਆਪ ਜਿਹੜੀ ਵਾਨਰ ਜਾਤੀ ਹੈ ਉਹਨੂੰ ਨਾਲ ਲੈ ਕੇ ਅਯੁੱਧਿਆ ਚੱਲ ਪਏ ਸਨ। ਦੋਹਰਾ ਤਹਾਂ ਜਾਏ ਮੋਕੋ ਤਬ ਹੈ, ਇਹ ਉਪਦੇਸ਼ ਬਤਾਏ। ਤੇ ਉਦੋਂ ਮੈਨੂੰ ਇੱਕ ਉਪਦੇਸ਼ ਰਾਮਚੰਦਰ ਜੀ ਨੇ ਦਿੱਤਾ ਹੈ। ਜਦੋਂ ਅਯੁੱਧਿਆ ਨੂੰ ਗਏ ਨੇ, ਉਹ ਉਪਦੇਸ਼ ਕੀ ਹੈ? ਨਮਿਤ ਮਾਤਰ ਅਵਤਾਰ ਧਰ, ਈਸ਼ੁਟ ਧਰਣੀ ਆਏ। ਤੇ ਉਪਦੇਸ਼ ਵੀ ਕੀ ਦਿੱਤਾ ਹੈ ਕਿ ਜੀਵਾਂ ਦੇ ਕਲਿਆਣ ਖਾਤਰ, ਸੰਸਾਰਿਕ ਜੀਵਾਂ ਦੇ ਉਧਾਰਨ ਕਰਨ ਹਿਤ ਉਸ ਪਰਮਾਤਮਾ ਦੇ ਜਿਹੜੇ ਪੈਗੰਬਰ ਨੇ, ਉਸ ਪਰਮਾਤਮਾ ਦੀ ਜਿਹੜੀ ਜੋਤ ਗੁਰੂ ਨੇ, ਉਹ ਜੀਵਾਂ ਦੇ ਕਲਿਆਣ ਹਿਤ ਇਸ ਧਰਤੀ ਤੇ ਪ੍ਰਕਾਸ਼ ਧਾਰਦੇ ਹਨ। ਚੌਪਈ ਕਾਰਜ ਕਰ ਬੈਕੁੰਠ ਸੁਜਾਵਹਿ, ਤਿਨ ਕੇ ਗੁਣ ਪੜ ਸੁਨ ਸੁਖ ਪਾਵਹਿ। ਤੇ ਰਾਮਚੰਦਰ ਜੀ ਨੇ ਮੈਨੂੰ ਦੱਸਿਆ ਸੀ ਕਿ ਜਿਹੜਾ ਉਹਨਾਂ ਪੈਗੰਬਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਮੰਨਦਾ ਹੈ, ਜਿਨ੍ਹਾਂ ਦੀ ਅਵਸਥਾ ਕੀ ਬਣੀ ਹੋਈ ਹੈ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਜਿਨ੍ਹਾਂ ਦੀ ਅਵਸਥਾ ਇਹ ਬਣੀ ਹੋਈ ਹੈ, ਤੇ ਜਿਹੜਾ ਉਸ ਪੈਗੰਬਰ ਦੀ ਬਾਣੀ ਨੂੰ ਜਾਂ ਮੰਤਰਾਂ ਨੂੰ ਪੜ੍ਹਦਾ ਸੁਣਦਾ ਏ, ਉਹਨੂੰ ਸਾਰੇ ਜਿਹੜੇ ਸੁੱਖ ਨੇ ਉਹ ਪ੍ਰਾਪਤ ਹੁੰਦੇ ਹਨ। ਹੈ ਅਵਤਾਰ ਸੰਤ ਨਿਤ ਮੇਰੇ, ਤਿਨ ਮਿਲਾਪ ਅਗ ਜਾਏ ਕਨੇਰੇ। ਤੇ ਹੁਣ ਬਚਨ ਕੀਤੇ ਨੇ ਉਸ ਰਾਮਚੰਦਰ ਨੇ ਕਿ ਇਹ ਸਾਰੇ ਜਿਹੜੇ ਪੈਗੰਬਰ ਨੇ ਉਸ ਪਰਮਾਤਮਾ ਦਾ ਸਵਰੂਪ ਹੁੰਦੇ ਨੇ, ਤੇ ਜਿਹੜੇ ਉਹਨਾਂ ਨੂੰ ਇੱਕ ਮਨ ਚਿੱਤ ਕਰਕੇ ਸਿਮਰਦੇ ਨੇ, ਉਹਨਾਂ ਦੇ ਸਾਰੇ ਜਿਹੜੇ ਪਾਪ ਨੇ ਉਹ ਤਾਂ ਨਸ਼ਟ ਹੋ ਹੀ ਜਾਂਦੇ ਨੇ, ਪਰ ਉਹਨਾਂ ਨੂੰ ਮੁਕਤੀ ਦਾ ਜਿਹੜਾ ਸਾਧਨ ਹੈ ਉਹ ਵੀ ਪ੍ਰਾਪਤ ਹੁੰਦਾ ਹੈ। ਸੰਤ ਮੋਹਿ ਮਹਿ ਭੇਦ ਨ ਕੋ,
ऐसे राम कहा दुख को। ते कहन लगे ने कि जिहड़े ऐसे परमात्मा दे संत हुंदे ने उन्हां दे विच कोई भेद नहीं हुंदा, ਉਹ परमात्मा दी निज ਸਰੂਪ ਹੁੰਦੇ ਨੇ। ਤੇ परमात्मा ਦੇ ਨਿਜ ਸਰੂਪ ਜਿਹੜੇ ਅਜਿਹੇ ਸੰਤ ਨੇ ਜਿਹੜੇ ਬਚਨ ਕਰਦੇ ਨੇ ਮੁਖ ਤੋਂ ਉਹ ਸਿੱਧ ਹੋ ਜਾਂਦੇ ਨੇ ਤੇ ਜਿਹਦੇ ਨਾਲ ਉਸ ਮਨੁੱਖ ਤੇ परमात्मा ਦੀ ਕਿਰਪਾ ਹੁੰਦੀ ਹੈ। ਸੋ ਤੁਮ ਸੰਤ ਸਦਾ ਸੁਖਦਾਈ ਕਰ ਉਪਦੇਸ਼ ਦੇਹੋ ਸਮਝਾਈ। ਤੇ ਕਹਿਣ ਲੱਗਾ ਹੈ ਕਿ ਗੁਰੂ ਜੀ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਵਰਗੇ ਸੰਤ ਨੇ ਉਹ ਹਮੇਸ਼ਾ ਲੋਕਾਂ ਨੂੰ ਉਤਾਰਦੇ ਨੇ। ਇਸ ਕਰਕੇ ਹੁਣ ਤੁਸੀਂ ਵੀ ਮੇਰਾ ਉਧਾਰ ਕਰਨ ਲਈ ਮੈਨੂੰ ਕੋਈ ਨਾਮ ਦੀ ਜਿਹੜੀ ਪੂੰਜੀ ਦੇ ਵਿੱਚੋਂ ਕੋਈ ਗਿਆਨ ਹੈ ਉਹ ਮੇਰੀ ਝੋਲੀ ਦੇ ਵਿੱਚ ਪਾਉਣਾ ਕਰੋ। ਬਿਨੈ ਸੁਣੀ ਸੁਨ ਕੈ ਤਿਹ ਬਾਨੀ ਬੋਲੇ ਸ੍ਰੀ ਨਾਨਕ ਗੁਣ ਖਾਨੀ। ਹੁਣ ਜਦੋਂ ਭੀਖਣ ਦੇ ਇਹ ਬਚਨ ਨਿਮਰਤਾ ਦੇ ਘਰ ਦੇ ਵਿੱਚ ਆਏ, ਜਿਹੜੇ ਭੀਖਣ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣੇ ਨੇ ਤੇ ਬਚਨਾਂ ਨੂੰ ਸੁਣਦਿਆਂ ਸਾਰ ਮਰਦਾਨੇ ਨੂੰ ਆਖਿਆ, ਮਰਦਾਨਿਆ ਰਵਾਬ ਛੇੜ ਬਾਣੀ ਆਈ। ਤੇ ਸਾਧ ਸੰਗਤ ਜੀ ਮੈਂ ਇੱਕ ਬਚਨ ਸਾਂਝਾ ਕਰਨਾ ਚਾਹੁੰਦਾ। ਮਰਦਾਨਾ ਜਦੋਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਬਚਨ ਕਰਦੇ ਸਨ, ਇੱਕ ਦਿਨ ਮਰਦਾਨੇ ਦੇ ਮਨ ਦੇ ਵਿੱਚ ਵਿਚਾਰ ਆਈ ਤੇ ਕਹਿਣ ਲੱਗਾ ਕਿ ਗੁਰੂ ਜੀ ਅਸਾਂ ਤੇ ਤੁਸਾਂ ਵਿੱਚ ਭੇਦ ਕਿਛ ਨਹੀਂ। ਕਹਿਣ ਲੱਗਾ ਗੁਰੂ ਜੀ ਸਾਡੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ, ਮਤਲਬ ਸਾਡੇ ਵਿੱਚ ਕੋਈ ਅੰਤਰ ਨਹੀਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਮਰਦਾਨਿਆ ਕਿਉਂ? ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ ਮਰਦਾਨਿਆ ਇਹਦਾ ਜਵਾਬ ਤੂੰ ਮੰਗਦਾ ਹੈ, ਪ੍ਰਸ਼ਨ ਤਾਂ ਤੂੰ ਕੀਤਾ ਤੇ ਜਵਾਬ ਮੇਰੇ ਪਾਸੋਂ ਮੰਗਦਾ ਹੈ। ਤੇ ਮਰਦਾਨੇ ਨੇ ਫਿਰ ਬਚਨ ਕੀਤੇ ਨੇ ਗੁਰੂ ਜੀ ਮੈਂ ਦੱਸਦਾ ਫਰਕ ਕਿਉਂ ਨਹੀਂ, ਕਿਉਂਕਿ ਮੈਂ ਜਿਹੜੀ ਤੁਸੀਂ ਹੁਕਮ ਕਰਦੇ ਹੋ ਮੈਂ ਉਹ ਗੁਰਬਾਣੀ ਗਾਉਂਦਾ, ਪਰ ਤੁਸੀਂ ਪਰਮਾਤਮਾ ਦੀ ਬਾਣੀ ਗਾਉਂਦੇ ਹੋ ਜਿਹਦੇ ਨਾਲ ਅਨੇਕਾਂ ਜੀਵ ਜਿਹੜੇ ਇਸ ਸੰਸਾਰ ਤੋਂ ਤਰਦੇ ਨੇ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਮਰਦਾਨੇ ਨੇ ਕੀਤੇ ਸਨ। ਹੁਣ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਈ ਗੁਰਬਾਣੀ ਉਤਰਦੀ ਹੈ ਤੇ ਸਾਧ ਸੰਗਤ ਜੀ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਰਵਾਬ ਛੇੜ ਗੁਰਬਾਣੀ ਆਈ ਹੈ। ਤੇ ਸਾਧ ਸੰਗਤ ਜੀ ਰਵਾਬ ਤੇ ਹੱਥ ਧਰਦਾ ਹੈ ਮਰਦਾਨਾ ਤੇ ਸੁਰ ਛੇੜਦਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਕਿਹੜਾ ਉਚਾਰਦੇ ਨੇ? ਗੁਰਮੁਖ ਬਾਂਧਿਓ ਸੈਤ ਬਿਦਾਤੈ ਲੰਕਾ ਲੂਟੀ ਦਾਤ ਸੰਤਾਪ ਰਾਮਚੰਦ ਮਾਰਿਓ ਰਾਵਣ ਭੇਦ ਭੀਖਨ ਗੁਰਮੁਖ ਪਰਚਾਇਨਾ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਦਾਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਜਦੋਂ ਉਚਾਰਿਆ ਹੈ ਤੇ ਆਖੀਰ ਦੇ ਵਿੱਚ ਬਚਨ ਕੀਤਾ ਏ ਕਿ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਹਿਰਦੇ ਦੇ ਵਿੱਚ ਧਾਰਨ ਕੀਤਾ ਹੋਇਆ ਏ ਤੇ ਬਚਨ ਪੜ੍ਹਦੇ ਆ ਨਾ ਆਪਾਂ, ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ। ਤੇ ਜਿਹੜੇ ਜਿਹੇ ਗੁਰਮੁਖਾਂ ਦਾ ਸੰਗ ਕਰਦੇ ਨੇ ਤੇ ਸਾਧ ਸੰਗਤ ਜੀ ਉਹ ਕੀ ਨੇ? ਕਿਰਪਾ ਕੀ ਹੁੰਦੀ ਹੈ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ
ਸੰਸਾਰ ਸਾਗਰ ਤੋਂ ਤਰਨ ਦੀ ਗੱਲ ਦੂਰ, ਪਰ ਉਹਨਾਂ ਦਾ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਧਾਰ ਜਿਹੜਾ ਹੋ ਜਾਂਦਾ ਹੈ। ਪਰ ਹੁੰਦਾ ਕਿਹਨਾਂ ਦਾ ਏ? ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ। ਭਪੀਖਨ ਨੇ ਇਹ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੁਣੇ ਹਨ। ਚੌਪਈ श्री गुर भणै भपीखन सुनिए, आगे ही गुरमुख मन गुणिए। ते कहन लगे ने भपीखन ये सारे बचन तू सुनना कर, ते इन्हां बचनां नूं सुन करके की करना है? भेद आए दीनो श्री रामो, रावण मार करे सब कामो। ते कहन लगे ने कि तू सारा भेद जिहड़ा है ओ रामचंद्र जी नूं दे दिता है, ते रामचंद्र जी ने रावण नूं मार के जिहड़े तेरे कारज सन ओ सारे सवार दिते सन। गुर कै शबद राम विचारे, सिंध बिख पान बड़ तारे। ते गुरु नानक देव जी महाराज समझाउण लगे ने कि ये परमात्मा दा जो नाम है इहदे विच इन्नी बरकत है कि रामचंद्र ने ਜਿਹੜੀ ਵਾਨਰ ਜਾਤੀ ਹੈ ਉਹਨੂੰ ਆਦੇਸ਼ ਕਰਕੇ ਪੱਥਰਾਂ ਦੇ ਪੁੱਲ ਦੇ ਨਾਲ ਉੱਪਰ ਰਾਮ ਲਿਖ ਕੇ ਜਿਹੜਾ ਪੁੱਲ ਬਣਾਇਆ ਸੀ, ਪਰਮਾਤਮਾ ਦੇ ਨਾਲ ਉਹ ਪੁੱਲ ਪਾਰ ਕੀਤਾ ਹੈ। ਅਜਿਹੀ ਸ਼ਕਤੀ ਹੈ ਪਰਮਾਤਮਾ ਦੇ ਨਾਮ ਦੇ ਵਿੱਚ, ਜਿਹੜਾ ਡੁੱਬੇ ਹੋਏ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਸਤਿਗੁਰ ਸ਼ਬਦ ਸਬਨ ਤੇ ਵਡੋ, 33 ਕੋਟ ਸੁਰਨ को ਛੱਡੋ। ते कहन लगे ने कि यह परमात्मा का जो शब्द है, परमात्मा की जिहड़ी बानी है, ये सारियां तो उत्तम है। जिन्हें 33 करोड़ देवी देवतियां नूं भी छडाउणा कीता सी। सतगुर शब्द हृदय विचारो, एह उपदेश मारो तारो। ते कहन लगे ने भपीखन बचन की मनने ने, सिक्ख्या की है कि हमेशा उस परमात्मा दा जो सच्चा नाम है ओदा सिमरन तू मन दे विच करना है। जेकर तू साडी ये गल मन लवे, सोपन समान जगत को जानो, एक आत्मा सर्ब पछानो। ते गुरु नानक देव जी महाराज जी ने भपीखन नूं समझाउणा की कीता है? जग जीवन ऐसा सुपने जैसा, जीवन सुपन समानम। कहन लगे ने कि ये जिहड़ा जगत है ये सुपनिया दी न्याई ने। जिवें सुपना है अख दे एक फोर दे खुलन दे नाल मिट जांदा है ना, इस जगत नूं भी एक सुपने दी न्याई समझ के चलना है। ते मनना की है कि पाती तोरा मालनी, पाती पाती जियो, जिस पाहन को पाती तोरे सो पाहना निर्जियो। ये सारे जीवां दे विच उस परमात्मा दी जोत है। सारे जीवां दे परमात्मा जिहड़ा ओ पसरिया है, ये बिरती जिहड़ी तू अपने मन दी रखनी है। दोहरा संतन की संगत करो, सुख जिसमें दिन रहना। हमेशा संतां दी संगत करनी है। ते साध संगत जी भाई गुरदास जी दा फरमान है, कहंदे ने दोए सिख साध संग। कहंदे जिथे दो सिख जुड़ के आपस दे विच उस राम नाम दी विचार कर रहे होण, उथे समझो कि साध संगत है। पंच परमेश्वर ते जिथे रब दे प्यारे पंज शरीर जुड़ के बैठे होण,
ਉਹਨਾਂ ਨੂੰ ਉਸ ਪਰਮੇਸ਼ਰ ਦਾ ਸਵਰੂਪ ਜਾਣਨਾ ਕਰੋ। ਤੇ ਅੱਗੇ ਦੱਸਦੇ ਨੇ 10 20 30 ਮਿਲੇ ਅਬਿਗਤ ਊਪ ਹੈ। ਤੇ ਕਹਿੰਦੇ ਜਿੱਥੇ 10 20 30 ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਰੀਰ ਜੇਕਰ ਉਹ ਜੁੜ ਕੇ ਬੈਠੇ ਹੋਣ ਉਹਦੇ ਵਰਗੀ ਤਾਂ ਕੋਈ ਗੱਲ ਹੀ ਨਹੀਂ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਨੇ ਹਮੇਸ਼ਾ ਸੰਤਾਂ ਦੀ ਸੰਗਤ ਕਰਨੀ ਹੈ ਜਿਹਦੇ ਨਾਲ ਤੈਨੂੰ ਦਿਨ ਰਾਤ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਨੀਕੋ ਇਹ ਉਪਦੇਸ਼ ਹੈ ਮਹਾ ਅਗੀਗਤ ਦੇਨਾ। ਤੇ ਭੀਖਣਾ ਇਹ ਜਿਹੜਾ ਸੁੰਦਰ ਉਪਦੇਸ਼ ਹੈ ਇਹ ਪਾਪੀਆਂ ਨੂੰ ਵੀ ਮੁਕਤੀ ਦੇਣ ਵਾਲਾ ਹੈ। ਤੇ ਜੇ ਕਿਤੇ ਇਹ ਸਾਡਾ ਉਪਦੇਸ਼ ਤੂੰ ਮਨ ਦੇ ਵਿੱਚ ਵਸਾ ਲਵੇ ਚਾਓ ਪਈ ਤੇ ਛਿਨ ਬੋਲ ਉਠਿਓ ਮਰਦਾਨਾ ਸੁਨਿਓ ਸੋ ਰਹਿ ਇਹ ਹਨੁਮਾਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭੀਖਣ ਦੀ ਗੱਲ ਚੱਲ ਰਹੀ ਹੈ। ਉਹ ਹਜੇ ਪੂਰੀ ਨਹੀਂ ਹੋਈ ਤੇ ਮਰਦਾਨਾ ਮਗਰੋਂ ਬੋਲਿਆ ਏ ਕਿ ਗੁਰੂ ਜੀ ਇੱਥੇ ਇੱਕ ਹਨੂਮਾਨ ਸੀ ਜਿਹੜਾ ਉਹ ਵੀ ਰਹਿੰਦਾ ਸੀ, ਉਹਦੇ ਬਾਰੇ ਵੀ ਸਾਨੂੰ ਥੋੜਾ ਚਾਨਣਾ ਜਿਹੜਾ ਉਹ ਪਾਉਣਾ ਕਰੋ। ਤਿਸ ਹੀ ਦਿਖਾਵੋ ਸ਼੍ਰੀ ਪ੍ਰਭੂ ਸੁਨ ਤਬ ਭੀਖਨ ਬੋਲਿਓ ਤਬ ਹੀ। ਤੇ ਮਰਦਾਨਾ ਕਹਿਣ ਲੱਗਾ ਕਿ ਗੁਰੂ ਜੀ ਸਾਨੂੰ ਵੀ ਉਹਦੇ ਦਰਸ਼ਨ ਕਰਵਾਉਣੇ ਕਰੋ ਕਿ ਉਹ ਹਨੂਮਾਨ ਕਿਸ ਤਰ੍ਹਾਂ ਦਾ ਹੈ। ਤੇ ਜਿਹੜਾ ਭੀਖਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਵਿਚਾਰ ਕਰ ਰਿਹਾ ਹੈ ਨਾ ਤੇ ਉਹ ਮਰਦਾਨੇ ਦੇ ਬਚਨ ਸੁਣ ਕੇ ਬੋਲਿਆ ਕੀ ਕਹਿਣ ਲੱਗਾ ਏ ਰਾਵਨ ਕੋਸਲ ਜਹਾਂ ਮਹਾਨਾ ਆਪ ਬੈਠਿਓ ਤੇ ਠਾਨ ਮਾਨਾ। ਭੀਖਨ ਨੇ ਬਚਨ ਕੀਤੇ ਨੇ ਕਿ ਜਿੱਥੇ ਰਾਵਣ ਨੂੰ ਸਾੜਿਆ ਗਿਆ ਸੀ ਜਿੱਥੇ ਰਾਵਣ ਦੀ ਚਿਖਾ ਏ ਉਹ ਹਨੂਮਾਨ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਉਸ ਸਥਾਨ ਤੇ ਬੈਠਾ ਹੋਇਆ ਹੈ। ਬਿਨ ਸ਼੍ਰੀ ਰਾਮ ਨ ਬੰਧਨ ਕਰਈ ਆਇਸ ਅਪਰਣਾ ਕੇ ਸਿਰ ਧਰਈ। ਤੇ ਉਸ ਸਥਾਨ ਤੇ ਬੈਠਾ ਆ ਹਮੇਸ਼ਾ ਰਾਮਚੰਦਰ ਜੀ ਦੀ ਧਿਆਨ ਧਰਦਾ ਹੈ ਤੇ ਰਾਮਚੰਦਰ ਜੀ ਤੋਂ ਬਿਨਾ ਕਿਸੇ ਨੂੰ ਮੰਨਦਾ ਨਹੀਂ ਤੇ ਹੋਰ ਕਿਸੇ ਦੇ ਅੱਗੇ ਆਪਣਾ ਜਿਹੜਾ ਸਿਰ ਹੈ ਉਹਨੂੰ ਨਹੀਂ ਝੁਕਾਉਂਦਾ ਤੇ ਦੂਸਰੇ ਵਿਅਕਤੀ ਦੀ ਜਿਹੜੀ ਪਾਲਣਾ ਹੈ ਹਮੇਸ਼ਾ ਉਹਦੀ ਉਲੰਘਣਾ ਕਰਦਾ ਹੈ। ਗੁਰੂ ਕਹਿਓ ਹਮ ਰਾਮ ਸਰੂਪਾ युत सीता के तरह अनूपा। ते गुरु जी कहन लगे ने कि भीखण असी भी उस राम दा ही स्वरूप हाँ ते जेकर तू राम मन के ते भावना धर के सानू जेकर प्रणाम करना करे तेह बुलाए के देहो दिखाई पुन हम आवण होए कदाई। ते कहन लगे ने कि जेकर तू सानू उस नू दिखा देवे जेकर तू सानू उस दे दर्शन करवा देवे तां तेरा भला होएगा। बाद दा की पता साडे कोल इस स्थान ते आया जाना है कि नहीं। तब एक राखश तहां पठायो गयो निकट यो बैन सुनायो। भीखन ने एक दैत नूं उस स्थान ते भेजिया ते उन्होंने बचन करके कल्ले ने ते साध संगत जी ओ दैत भीखन दे बचन मान के ते उस स्थान ते जाके बोलिया है। बोलिया की है वहर लंक श्री राम सुहावत सीता जुत सो तुझ बलावत। ते कहन लगा है कि लंका दे बाहर राम जी ते सीता जी बैठे हुए ने जिन्हां दे मन दे विच तानू मिलन दी तांग है। किरपा करके तुसी उन्हां नूं दर्शन जिहड़े ने ओह देने करो।
निकट बभीखण गयो अगारी, मैं आयो तुमको सुधकारी। ते कह लगा कि जिहड़ा बभीखण है ਉਹ ਤਾਂ ਅੱਗੇ ਰਾਮ ਜੀ ਦੇ ਕੋਲ ਬੈਠਾ ਹੋਇਆ ਹੈ, ਅੱਗੇ ਰਾਮ ਜੀ ਦੀ ਸ਼ਰਨ ਦੇ ਵਿੱਚ ਹੈ। ਮੈਂ ਤਾਂ ਤੁਹਾਨੂੰ ਲੈਣ ਲਈ ਆਇਆ ਹਾਂ ਤੇ ਕਿਰਪਾ ਕਰਕੇ ਤੁਸੀਂ ਇਹ ਜਿਹੜੇ ਬਚਨ ਨੇ ਉਹ ਮੰਨਣਾ ਕਰੋ। ਸੁਨਤ ਚੌਪ ਕਰ ਕੈ ਹਨੂਮਾਨਾ, ਚਲਿਓ ਸੰਗ ਹਿਰਦੈ ਰਖਾਨਾ। ਤੇ ਜਦੋਂ ਸਾਧ ਸੰਗਤ ਜੀ ਹਨੂਮਾਨ ਨੇ ਇਹ ਬਚਨ ਸੁਣੇ ਨੇ ਦੈਂਤ ਜੀ, ਤੇ ਖੁਸ਼ੀ ਦੇ ਨਾਲ ਭੁੜਕਿਆ ਏ ਤੇ ਟਪੂਸੀਆਂ ਮਾਰਦਾ ਹੋਇਆ ਉਸ ਬਭੀਖਣ ਦੇ ਕੱਲੇ ਹੋਏ ਦੈਂਤ ਦੇ ਨਾਲ ਚੱਲ ਪਿਆ ਹੈ। ਰਘੁਬਰ ਕੋ ਸ਼੍ਰੀ ਗੁਰ ਬਪ ਤਰਾ, ਮੈਂ ਤਿਹ ਸ਼ਿਨ ਲਛਮਨ ਤਨ ਕਰਾ। ਤੇ ਹੁਣ ਗੁਰੂ ਜੀ ਨੇ ਰਾਮਚੰਦਰ ਦਾ ਜਿਹੜਾ ਸਰੂਪ ਉਹ ਧਾਰਨ ਕਰ ਲਿਆ ਹੈ। ਤੇ ਭਾਈ ਬਾਲਾ ਜੀ ਕਹਿਣ ਲੱਗੇ ਨੇ ਕਿ ਮੈਂ ਲਛਮਣ ਦਾ ਜਿਹੜਾ ਰੂਪ ਧਾਰਨ ਕਰਕੇ ਉਸ ਸਥਾਨ ਤੇ ਬੈਠ ਗਏ ਸਾਂ। ਸੀਤਾ ਭੇਖ ਕੀਨ ਮਰਦਾਨਾ, ਚੱਲ ਆਇਓ ਤੇ ਠਾ ਮਰਦਾਨਾ। सीता बेख कीन मरदाना, चल आयो ते हनुमाना। ते जिहड़ा मरदाना है साध संगत जी दी गुरु जी दी आग्या मन के ते उन्हें सीता दा जिहड़ा भेख वो धारण कीता है। ते हनुमान हुण उस स्थान ते आया है जिथे रामचंद्र राम जी का भेष धार के सीता का भेष धार के गुरु नानक देव जी महाराज ते उन्हां दे दो साथी बैठे हुए सन। गिर कंचन सब दे कराला, कांदे तारी गुरज विसाला। ते कवि जी लिखते ने कि हनुमान का जिहड़ा शरीर सी वो एक पहाड़ की न्याई सी ते मोढे दे उपर एक सुंदर जड़ा गधा भाव के सुंदर जड़ा गुरज सी उस हनुमान ने धरिया होया सी। कीन बंदना पर अरबिंदा, बैठ गयो और अदक आनंदा। सब तो पहला जदों वो आया दर्शन करदियां सार चरण वंदना कीती, भाव के चरणां नूं नमस्कार कीती है। ते साध संगत जी की होया है आन करके जदों नमस्कार कीती है ते मन दे विच बहुत ज्यादा प्रसन्नता हनुमान दे उपजी है। ते अवस्था की बनी हुई है कि रूप बिलोकत लोचन पर कै, महाप्रेम पुल कावल करके। हुण जिहड़ा शरीर है वो रामचंद्र ते राम ते सीता जी नूं वेखदियां सार साध संगत जी लू लू करन लगा है। ते हनुमान जी अपनियां अखां दे नाल राज के दीदार कर रहे ने श्री रामचंद्र सीता ते राम जी दे, जेड़े गुरु नानक देव जी महाराज उस स्थान ते बैठे हुए हैं। तेह सिन बोले कृपा निदाना, सुनो बैन हमरे हनुमाना। हुण उस समय गुरु नानक देव जी महाराज बोले ने ते क्या है कि हनुमान साडे जेड़े बचन ने वो सुनना कर। हुण ऐसा समर्थ गुरु जेड़ा परमात्मा दी निज स्वरूप है, जिन्हां दे बाबत भट्ट साहबान लिखते ने जोत रूप हर आप गुर नानक कहायो। ते साध संगत जी ऐसा समर्थ गुरु, क्योंकि आप पढ़ते हैं ना गुर समर्थ अपार गुर वडभागी दर्शन होए।
ਐਸਾ ਸਮਰੱਥ ਗੁਰੂ ਕੱਲ ਹਨੂਮਾਨ ਜੀ ਦੇ ਨਾਲ ਕੀ ਬਚਨ ਸਾਂਝੇ ਕਰੇਗਾ, ਉਹ ਆਪਾਂ ਸਾਧ ਸੰਗਤ ਜੀ ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਐਸੇ ਸਮਰੱਥ ਗੁਰੂ ਦੀ ਉਪਮਾ ਨੂੰ ਗਾਉਣਾ ਕਰੀਏ, ਸਾਰੇ ਉੱਚੀ ਆਵਾਜ਼ ਦੇ ਵਿੱਚ ਪੜਨਾ ਕਰਿਆ ਕਰੋ। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। आप मुक्त मोहि तारे, आप मुक्त मोहि तारे। 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 ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। संसार समुंदे तार गोबिंदे, संसार समुंदे तार गोबिंदे। संसार समुंदे तार गोबिंदे, संसार समुंदे तार गोबिंदे। तारी ले बाप बीठुला, तारी ले बाप बीठुला। तारी ले बाप बीठुला, तारी ले बाप बीठुला। संसार समुंदे तार गोबिंदे, संसार समुंदे तार गोबिंदे। ऐसे गुर को बल बल जाइए, ऐसे गुर को बल बल जाइए। आप मुक्त मोहि तारे, आप
आप मुकत मोहे तारे। ऐसे गुर को बल बल जाइए, ऐसे गुर को बल बल जाइए, बल बल जाइए, ऐसे गुर को बल बल जाइए। वाहिगुरु जी का खालसा, वाहिगुरु जी की फतेह।